प्रोग्राम रणजीत नगारा देख रहे सारे दर्शकों ਨੂੰ मैं सरबजीत सिंह घुमान फतेह अर्ज करता हाँ जी। वाहिगुरू जी का खालसा वाहिगुरू जी की फतेह। सो कल ਜਿਹੜੀ अमित शाह ने मीटिंग कॉल की सी ਉਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਪ੍ਰਪੋਜ਼ਲ ਬਣਾ ਕੇ ਭੇਜਿਆ ਜਾਊਗਾ। ਅੱਜ ਉਹ ਪ੍ਰਪੋਜ਼ਲ ਜਦੋਂ ਕਿਸਾਨ ਜਥੇਬੰਦੀਆਂ ਦੇ ਕੋਲ ਗਿਆ ਕਿ ਸਰਕਾਰ ਆਹ ਕੁਝ ਕਰ ਸਕਦੀ ਹੈ ਤਾਂ ਉਸ ਪ੍ਰਪੋਜ਼ਲ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਹੈ। ਤੇ ਇਸ ਤੋਂ ਬਾਅਦ ਵਿੱਚ ਤੁਰੰਤ ਕਈ ਜਿਹੜੇ ਐਕਸ਼ਨ ਰਿਐਕਸ਼ਨ ਹੋਏ ਨੇ। ਸਭ ਤੋਂ ਪਹਿਲਾਂ ਤਾਂ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ, ਉਹਦੇ ਵੱਲ ਨੂੰ ਤੁਰੰਤ ਭਾਰਤ ਦਾ ਖੇਤੀ ਮੰਤਰੀ ਤੋਮਰ ਜਿਹੜਾ ਹੈ ਉਹ ਚਲਾ ਗਿਆ। ਤੇ ਹੋ ਸਕਦਾ ਜਿਹੜੀ ਕਾਨੂੰਨੀ ਤੌਰ ਤੇ ਲੋੜ ਹੋਵੇ ਕਿ ਖੇਤੀਬਾੜੀ ਨਾਲ ਖੇਤੀ ਕਾਨੂੰਨਾਂ ਨਾਲ ਸੰਬੰਧਿਤ ਇਹ ਜਿਹੜਾ ਮਸਲਾ ਇਹਦੇ ਵਿੱਚ ਜਿਹੜੀ ਧਿਰ ਨਾਲ ਸਾਡੀ ਗੱਲਬਾਤ ਹੋਈ ਆ ਵੀ ਉਹਨੇ ਆਹ ਕਿਹਾ, ਸੋ ਤੋਮਰ ਜਿਹੜਾ ਹੈ ਉਹ ਅਮਿਤ ਸ਼ਾਹ ਨੂੰ ਜਾ ਕੇ ਇਹ ਗੱਲ ਦੱਸੇਗਾ। ਉਪਰੰਤ ਗ੍ਰਹਿ ਮੰਤਰੀ ਹੋਣ ਦੇ ਨਾਤੇ ਅਮਿਤ ਸ਼ਾਹ ਇਸ ਮਸਲੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਕੀ ਕਰਨੀ ਹੈ ਅਗਲੀ ਉਹ ਸੋਚ ਸਕਦਾ ਹੈ। ਖੈਰ ਇਹ ਤਾਂ ਸਾਫ਼ ਦਿਖਦਾ ਹੀ ਆ ਕਿ ਟਕਰਾਅ ਵਧੇਗਾ ਤੇ ਇਹ ਟਕਰਾਅ ਇਸ ਕਰਕੇ ਨਹੀਂ ਵੱਧ ਰਿਹਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਕੋਈ ਨਜਾਇਜ਼ ਜਿੱਦ ਫੜੀ ਹੋਈ ਹੈ। ਉਲਟਾ ਜਿਹੜੀ ਹਾਕਮ ਧਿਰ ਆ ਮੋਦੀ ਸਰਕਾਰ, ਇਹ ਸਾਰੇ ਟਟਵੈਰ ਦੀ ਜੜ ਇਹ ਹੈ। ਪੁਆੜੇ ਦੀ ਜਿਹੜੀ ਜੜ ਹੈ ਨਾ, ਸਿਆਪੇ ਦੀ ਨੈਣ, ਉਹ ਮੋਦੀ ਸਰਕਾਰ ਆ। ਪਰ ਮੋਦੀ ਸਰਕਾਰ ਦੇ ਪਿੱਛੇ ਉਹ ਇੰਡਸਟਰੀਅਲਿਸਟ ਬੰਦੇ ਆ, ਉਹ ਇੰਡਸਟਰੀਅਲਿਸਟ ਘਰਾਣੇ ਆ, ਕਾਰਪੋਰੇਟ ਘਰਾਣੇ ਆ, ਜਿਨ੍ਹਾਂ ਨੂੰ ਭਾਰਤ ਇੱਕ ਵਧੀਆ ਮੰਡੀ ਦੇ ਰੂਪ ਵਿੱਚ ਦਿਖਦਾ ਹੈ ਕਿ ਇੱਥੋਂ ਆਪਾਂ ਲੋਕਾਂ ਨੂੰ ਲੁੱਟ ਸਕਦੇ। ਸੋ ਇਹਦੇ ਬਾਰੇ ਹੁਣ ਕਿਸੇ ਨੂੰ ਕੋਈ ਵਹਿਮ ਨਹੀਂ ਰਹਿ ਗਿਆ ਕਿ ਕਿਵੇਂ ਇਸ ਮੁਲਕ ਦੇ ਜਿਹੜੇ ਸਾਰੇ ਇੱਥੋਂ ਦੇ ਸਰਮਾਏ ਨੇ, ਜਿਹੜੀਆਂ ਇੱਥੋਂ ਦੀਆਂ ਖਣਜ ਚੀਜ਼ਾਂ ਨੇ, ਹੋਰ ਜਿਹੜਾ ਵੀ ਕੁਝ ਹੈ ਉਹਨੂੰ ਲੁੱਟਣ ਦਾ ਸਿਆਸਤਦਾਨਾਂ ਦੇ ਰਾਹੀਂ ਕਾਰਪੋਰੇਟ ਘਰਾਣਿਆਂ ਨੇ ਏਜੰਡਾ ਬਣਾਇਆ ਹੋਇਆ। ਪਰ ਇਹ ਗੱਲ ਇਕੱਲੀ ਇੰਨੀ ਕੁ ਨਹੀਂ ਹੈ। ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਲਟੀਨੈਸ਼ਨਲ ਕੰਪਨੀਆਂ ਨੇ ਜਿਹੜੀਆਂ ਵੱਡੇ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਵਿਚਰਦੀਆਂ ਨੇ। ਉਹ ਪਹਿਲਾਂ ਸਮੱਸਿਆਵਾਂ ਪੈਦਾ ਕਰਦੀਆਂ ਨੇ, ਫਿਰ ਸਮੱਸਿਆਵਾਂ ਦੇ ਵਿੱਚੋਂ ਉਹ ਪੈਸੇ ਕਮਾਉਣ ਦਾ ਜ਼ਰੀਆ ਲੱਭਦੀਆਂ ਨੇ। ਜਾਣੀ ਕਿ ਪਹਿਲਾਂ ਕੈਂਸਰ ਪੈਦਾ ਕਰਦੀਆਂ ਨੇ ਤੇ ਨਾਲ ਦੀ ਨਾਲ ਕੈਂਸਰ ਵਾਲਾ ਹਸਪਤਾਲ ਵੀ ਬਣਾ ਦਿੰਦੀਆਂ ਨੇ, ਜਿੱਥੋਂ ਕਹਿੰਦੇ ਅਸੀਂ ਕੈਂਸਰ ਦਾ ਫ੍ਰੀ ਇਲਾਜ ਕਰਾਂਗੇ। ਇਵੇਂ ਹੀ ਪਹਿਲਾਂ ਪਾਣੀ ਦੀ ਸਾਂਭ ਸੰਭਾਲ ਦਾ ਹੋਕਾ ਦਿੰਦੀਆਂ ਨੇ, ਫਿਰ 20-30 ਰੁਪਏ ਦੀ ਪਾਣੀ ਦੀ ਬੋਤਲ ਜਿਹੜੀ ਹੈਗੀ ਆ ਉਹ ਵੇਚਣ ਦਾ ਢੰਗ ਵੀ ਪੈਦਾ ਕਰ ਲੈਂਦੀਆਂ ਨੇ। ਸੋ ਅਸਲ ਵਿੱਚ ਭਾਰਤ ਜਾਂ ਸਾਰੇ ਸੰਸਾਰ ਦੇ ਵਿੱਚ ਇਹੋ ਜਿਹੀਆਂ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਕਿ ਦੇਖਣ ਨੂੰ ਮੀਡੀਆ ਦੇ ਰਾਹੀਂ ਆਪਦਾ ਬਿੰਬ ਇਹੋ ਜਿਹਾ ਬਣਾ ਕੇ ਰੱਖਦੀਆਂ ਨੇ ਜਿਵੇਂ ਉਹ ਬੜੀਆਂ ਭਲਾ ਮੰਗਣ ਵਾਲੀਆਂ ਹੋਣ, ਪਰ ਹਕੀਕਤ ਵਿੱਚ ਉਹ ਜੋ ਵੱਡੇ ਐਲਾਨ ਜਿਨ੍ਹਾਂ ਦੇ ਰਾਹੀਂ ਆਮ ਬੰਦਾ ਹਿੱਲ ਕੇ ਰਹਿ ਜਾਵੇ ਵੀ ਐਡੀ ਵੱਡੀ ਅਮਾਉਂਟ ਜਿਹੜੀ ਆ ਦੇ ਦਿੱਤੀ ਗਈ ਆ, ਪਰ ਹਕੀਕਤ ਵਿੱਚ ਉਹਨਾਂ ਐਲਾਨਾਂ ਦੇ ਪਿੱਛੇ ਕੁਝ ਕਹਾਣੀ ਹੋਰ ਹੁੰਦੀ ਹੈ। ਸੋ ਉਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਏਜੰਟ ਜਿਹੜੇ ਨੇ ਉਹ ਹਰੇਕ ਮੁਲਕ 'ਚ ਬੈਠੇ ਆ। ਭਾਰਤ ਦੇ ਕਾਰਪੋਰੇਟ ਘਰਾਣੇ ਅਸਲ ਵਿੱਚ ਉਹਨਾਂ ਮਲਟੀਨੈਸ਼ਨਲ ਕੰਪਨੀਆਂ ਦੇ ਵੱਲੋਂ ਅਰਬਾਂ ਖਰਬਾਂ ਰੁਪਈਏ ਇਨਵੈਸਟ ਕਰਦੇ ਆ, ਪਹਿਲੋਂ ਸਰਕਾਰ ਬਣਾਉਂਦੇ ਆ। ਉਹ ਸਰਕਾਰ ਜਿਹੜੀ ਆ ਜਿਹੜੀ ਮਰਜ਼ੀ ਹੋਵੇ, ਆਪਾਂ ਨੂੰ ਇਹ ਵਹਿਮ ਨਹੀਂ ਹੋਣਾ ਚਾਹੀਦਾ ਵੀ ਕਾਂਗਰਸ ਚੰਗੀ ਆ ਜਾਂ ਭਾਜਪਾ ਚੰਗੀ ਆ ਜਾਂ ਫਲਾਨੀ ਚੰਗੀ ਆ। ਅਸਲ ਵਿੱਚ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਕਾਰਪੋਰੇਟ ਘਰਾਣਿਆਂ ਰਾਹੀਂ ਏਜੰਟ ਨੇ ਜਿਹੜੇ ਉਹਨਾਂ ਦੇ ਇੱਥੇ ਬੰਦੇ ਆ ਰਿਪਰੈਜ਼ੈਂਟੇਟਿਵ, ਉਹ ਕਾਂਗਰਸ ਨੂੰ ਵੀ ਉਵੇਂ ਮਿਲਦੇ ਆ, ਉਹ ਭਾਜਪਾ ਨੂੰ ਵੀ ਉਵੇਂ ਮਿਲਦੇ ਆ, ਉਹ ਕਿਸੇ ਹੋਰ ਤੀਜੀ ਚੌਥੀ ਪੰਜਵੀਂ ਸਿਆਸੀ ਪਾਰਟੀ ਨੂੰ ਵੀ ਉਵੇਂ ਮਿਲਦੇ ਆ। ਉਹ ਪ੍ਰਪੋਜ਼ਲ ਰੱਖਦੇ ਆ ਕਿ ਇੰਨਾ ਪੈਸਾ ਤੁਹਾਡਾ ਹੋਊਗਾ, ਇੰਨਾ ਪੈਸਾ ਆਪਾਂ ਲੋਕਾਂ ਨੂੰ ਇਸ ਗੱਲ ਦੇ ਹੱਕ ਵਿੱਚ ਕਰਨ ਲਈ ਖਰਚਾਂਗੇ, ਇੰਨਾ ਪੈਸਾ ਜਿਹੜਾ ਹੈਗਾ ਸਾਡਾ ਪ੍ਰੋਫਿਟ ਹੋਊਗਾ। ਇਹ ਉਵੇਂ ਹੀ ਆ ਜਿਵੇਂ ਜੀਓ ਜਦੋਂ ਕੰਪਨੀ ਆਈ ਰਿਲਾਇੰਸ ਵਾਲਿਆਂ ਦੀ, ਅਬਾਨੀ ਵਾਲਿਆਂ ਦੀ, ਉਹ ਪਹਿਲਾਂ ਇੱਥੇ ਸਾਨੂੰ ਸਾਰਿਆਂ ਨੂੰ ਐ ਲੱਗੇ ਕਿ ਇਹ ਤਾਂ ਸਸਤਾ ਹੀ ਮਾਲ ਦੇਈ ਜਾਂਦੇ ਆ, ਬੜਾ ਨਜ਼ਾਰਾ ਹੈ। ਤੇ ਹੌਲੀ ਹੌਲੀ
ਹਾਲਾਤ ਇਹ ਬਣ ਗਏ ਕਿ ਹੁਣ ਹਰੇਕ ਬੰਦਾ ਜਿਹੜਾ ਹੈਗਾ ਉਹਦਾ ਆਦੀ ਹੋ ਚੁੱਕਿਆ ਤੇ ਹੁਣ 6-700 ਰੁਪਏ ਦਾ ਜਿਹੜਾ ਹੈਗਾ 500 ਦਾ 700 ਦਾ 600 ਦਾ ਉਹਨੂੰ ਪੈਸੇ ਦੇ ਕੇ ਰੀਚਾਰਜ ਕਰਵਾਉਣਾ ਪੈਂਦਾ। ਜਦੋਂ ਪਹਿਲਾਂ ਉਹ ਫ੍ਰੀ 'ਚ ਦੇ ਰਹੇ ਸੀ, ਜਦੋਂ ਉਹ ਬਾਕੀ ਕੰਪਨੀਆਂ ਲਈ ਵਿਪਤਾ ਖੜੀ ਕਰ ਰਹੇ ਸੀ, ਉਦੋਂ ਬਾਕੀ ਕੰਪਨੀਆਂ ਵਾਲੇ ਜਿਹੜੀਆਂ ਗੱਲਾਂ ਕਹਿੰਦੇ ਸੀ ਉਹ ਕਿਸੇ ਵੀ ਖਪਤਕਾਰ ਨੂੰ ਸੁਣਦੀਆਂ ਨਹੀਂ ਸੀ, ਚੰਗੀਆਂ ਹੀ ਨਹੀਂ ਸੀ ਲੱਗਦੀਆਂ ਕਿ ਇਹ ਤਾਂ ਇਹਨਾਂ ਨੇ ਕਹਿਣਾ ਹੀ ਆ ਜਦੋਂ ਸਾਨੂੰ ਫ੍ਰੀ 'ਚ ਜੀਓ ਦੀ ਸਰਵਿਸ ਮਿਲ ਰਹੀ ਆ ਮੋਬਾਈਲ ਦੀ ਤੇ ਵਧੀਆ ਸਰਵਿਸ ਮਿਲ ਰਹੀ ਆ, ਅਸੀਂ ਉਹ ਕਿਉਂ ਨਾ ਹੰਡਾਈਏ। ਪਰ ਅਸਲ ਵਿੱਚ ਉਹਨਾਂ ਨੇ ਸਾਲ 2 ਸਾਲ ਜਿਹੜਾ ਜਿੰਨਾ ਟਾਈਮ ਉਹਨਾਂ ਨੇ ਮਿਥਿਆ ਹੋਇਆ ਸੀ ਕਿ ਇੱਕ ਵਾਰੀ ਲੋਕਾਂ ਨੂੰ ਚਾਰਟ ਲਾਉਣੀ ਆ ਤੇ ਬਾਕੀ ਕੰਪਨੀਆਂ ਦੇ ਮੁਕਾਬਲੇ ਜੀਓ ਕਰਾਉਣੀ ਆ, ਜਦੋਂ ਉਹ ਕਰਵਾ ਲਈ ਉਦੋਂ ਬਾਅਦ ਵਿੱਚ ਉਹਨਾਂ ਨੇ ਪੈਸੇ ਕਮਾਉਣ ਵਾਲਾ ਆਪਦਾ ਜਿਹੜਾ ਅਗਲਾ ਪ੍ਰੋਜੈਕਟ ਵਾ ਉਹ ਤੋਰਿਆ। ਕੋਈ ਵੀ ਮਲਟੀਨੈਸ਼ਨਲ ਜਾਂ ਇੰਡੀਆ ਲੈਵਲ ਦੀ ਕੰਪਨੀ ਹੋਵੇ, ਕੋਈ ਵੀ ਇਹੋ ਜਿਹੀ ਕੰਪਨੀ ਨਹੀਂ ਹੁੰਦੀ ਜਿਹੜੀ ਗਵਾਉਣ ਲਈ ਆਉਂਦੀ ਹੋਵੇ, ਉਹ ਪੈਸੇ ਕਮਾਉਣ ਲਈ ਆਉਂਦੇ ਆ। ਤੇ ਜੇਕਰ ਅਰਬਾਂ ਖਰਬਾਂ ਰੁਪਏ ਇਨਵੈਸਟ ਕਰਦੇ ਨੇ, ਭਲੇ ਦੇ ਕੰਮਾਂ 'ਚ ਖਰਚਦੇ ਨੇ, ਤਾਂ ਸਮਝ ਲਓ ਕਿ ਉਹਨਾਂ ਨੇ ਉਦੋਂ 1000 ਗੁਣਾ ਵੱਧ ਕਮਾਈ ਕਰਨੀ ਹੁੰਦੀ ਹੈ। ਸੋ ਮਲਟੀਨੈਸ਼ਨਲ ਕੰਪਨੀਆਂ ਦੇ ਏਜੰਟਾਂ ਦੇ ਰੂਪ ਦੇ ਵਿੱਚ ਭਾਰਤ ਦੇ ਕਾਰਪੋਰੇਟ ਘਰਾਣੇ ਜਿਹੜੇ ਆ, ਉਹਨਾਂ ਨੇ ਇਹ ਚੀਜ਼ ਪਿਛਲੇ ਲੰਮੇ ਅਰਸੇ ਤੋਂ ਸੋਚ ਲਈ ਸੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਉੱਤੇ ਫੋਕਸ ਕਰਨਾ ਹੈ। ਜਿਵੇਂ ਕਿ ਰਾਜੇਵਾਲ ਜਿਹੜਾ ਕਿਸਾਨ ਆਗੂ ਹੈ, ਉਹਨੇ ਵੀ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ 2017 ਦੇ ਵਿੱਚ ਨੀਤੀ ਆਯੋਗ ਜਿਹੜਾ ਇੰਡੀਆ ਦਾ, ਉਹਦੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਰਾਜੇਵਾਲ ਦੱਸਦਾ ਹੈ ਕਿ ਮੈਨੂੰ ਖੁਦ ਨੂੰ ਵੀ ਸੱਦਿਆ ਗਿਆ ਸੀ, ਪਰ ਜਦੋਂ ਮੈਂ ਉੱਥੇ ਮਾਹੌਲ ਦੇਖਿਆ ਤੇ ਮੈਂ ਉੱਠ ਕੇ ਉਸ ਮੀਟਿੰਗ ਹਾਲ ਦੀ ਅੰਦਰੋਂ ਕੁੰਡੀ ਲਾ ਲਈ ਤੇ ਚੇਅਰਮੈਨ ਸਾਹਿਬ ਨੂੰ ਇਸ ਗੱਲ ਲਈ ਪੂਰਾ ਉੱਚੀ ਆਵਾਜ਼ ਵਿੱਚ ਮੈਂ ਕਿਹਾ ਕਿ ਸਾਨੂੰ ਇੱਥੇ ਸਿਰਫ ਇਸ ਗੱਲ ਲਈ ਸੱਦਿਆ ਕਿ ਇਹ ਖਬਰ ਇਹ ਬਣ ਜਾਵੇ ਕਿ ਉਦੋਂ ਕਿਸਾਨ ਆਗੂ ਵੀ ਵਿੱਚ ਹੀ ਸੀਗੇ। ਇਹ ਜਿਹੜੀਆਂ ਗੱਲਾਂ ਇੱਥੇ ਚੱਲ ਰਹੀਆਂ ਨੇ ਇਹ ਸਾਡੇ ਮੁਲਕ ਦੇ, ਸਾਡੇ ਖਾਸ ਤੌਰ ਤੇ ਹਰਿਆਣੇ ਤੇ ਪੰਜਾਬ ਦੇ ਖੇਤੀ ਕਰਨ ਵਾਲੇ ਲੋਕਾਂ ਦੇ ਬਿਲਕੁਲ ਖਿਲਾਫ ਨੇ ਤੇ ਇਹ ਚੀਜ਼ਾਂ ਸਾਨੂੰ ਲੈ ਬਹਿਣਗੀਆਂ ਤੇ ਇਸ ਕਰਕੇ ਫਿਰ ਸਾਨੂੰ ਇਹਦੇ ਖਿਲਾਫ ਬਗਾਵਤ ਕਰਨੀ ਪਊਗੀ। ਉਹ ਜਿਹੜੀਆਂ ਗੱਲਾਂ ਰਾਜੇਵਾਲ ਸਾਹਿਬ ਦੱਸਦੇ ਆ, ਉਹ ਕਹਿੰਦੇ ਉਸ ਮੀਟਿੰਗ ਦੇ ਵਿੱਚ ਪਹਿਲਾਂ ਇੱਕ ਜਿਹੜਾ ਸਰਕਾਰੀ ਪੱਖ ਤੋਂ ਅਰਥ ਸ਼ਾਸਤਰੀ ਸੀ, ਉਹਨੇ ਗੱਲ ਸ਼ੁਰੂ ਕੀਤੀ ਕਿ ਇਸ ਵੇਲੇ ਜਿਹੜਾ ਆਪਣੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਹਰਿਆਣੇ ਵਿੱਚ ਖੇਤੀ ਦੇ ਅਧੀਨ ਜਿਹੜਾ ਰਕਬਾ ਸਾਰਾ ਇਸ ਮੁਲਕ ਦੇ ਵਿੱਚ, ਉਹਦੀ ਪੂਰੀ ਵਰਤੋਂ ਨਹੀਂ ਹੋ ਰਹੀ। ਜਿਹੜੀ ਗਰੋਥ ਰੇਟ ਆ, ਵਿਕਾਸ ਦਰ ਵਾ, ਉਹਦੇ ਵਿੱਚ ਖੜੋਤ ਆ ਚੁੱਕੀ ਆ ਤੇ ਜੇਕਰ ਖੇਤੀ ਸੈਕਟਰ ਨੂੰ ਮੁਸ਼ਕਲ ਵਿੱਚੋਂ ਕੱਢਣਾ, ਉਹ ਖੜੋਤ ਤੋੜਨੀ ਆ, ਤਾਂ ਕੋਈ ਨਵੇਂ ਕਦਮ ਚੱਕਣੇ ਪੈਣਗੇ। ਤਾਂ ਅਗਲਾ ਜਿਹੜਾ ਬੁਲਾਰਾ ਸੀ ਉਹ ਕਿਸੇ ਇੰਡਸਟਰੀਲਿਸਟ ਘਰਾਣੇ ਦਾ, ਕਾਰਪੋਰੇਟ ਘਰਾਣੇ ਦਾ ਨੁਮਾਇੰਦਾ ਸੀ, ਰਿਪਰੈਜ਼ੈਂਟੇਟਿਵ ਸੀ, ਨੁਮਾਇੰਦਾ ਸੀ। ਉਹਨੇ ਠਾਹ ਦੇਣੇ ਗੱਲ ਕਹੀ ਕਿ ਅਸੀਂ ਕਾਰਪੋਰੇਟ ਘਰਾਣਿਆਂ ਵਾਲੇ ਖੇਤੀ ਸੈਕਟਰ ਵਿੱਚ ਆਪਦਾ ਰੋਲ ਪਲੇ ਕਰਨ ਨੂੰ ਤਿਆਰ ਹਾਂ, ਪਰ ਇਹਦੇ ਲਈ ਸਾਨੂੰ ਜਿਹੜੇ ਆ ਖੇਤ ਦੇ ਦਿੱਤੇ ਜਾਣ, ਸਾਡੇ ਨਾਲ 50 ਸਾਲ ਦਾ ਪਟਾ ਕਰਾ ਦਿਓ ਹਰੇਕ ਪੈਲੀ ਦਾ, ਪਰ ਇਸ ਦੌਰਾਨ ਕੋਈ ਖੇਤੀ ਦਾ ਜ਼ਮੀਨ ਦਾ ਮਾਲਕ ਆ ਜਿਹੜਾ ਉਹ ਉਸ ਜ਼ਮੀਨ ਦੇ ਵੱਲ ਝਾਕੇ ਨਾ ਤੇ ਸਾਡੇ ਕੰਮ 'ਚ ਦਖਲ ਨਾ ਦੇਵੇ ਤੇ ਅਸੀਂ 50 ਸਾਲ ਤੱਕ ਉਸ ਪੈਲੀ ਦੇ ਵਿੱਚੋਂ ਇਹ ਸਾਰੇ ਸਿਸਟਮ ਦੇ ਰਾਹੀਂ, ਆਪਦੇ ਰਾਹੀਂ ਇਹੋ ਜਿਹਾ ਮਾਹੌਲ, ਇਹੋ ਜਿਹੀ ਚੀਜ਼ ਬਣਾ ਦੇਵਾਂਗੇ ਕਿ ਗਰੋਥ ਰੇਟ ਜਿਹਨੂੰ ਕਹਿੰਦੇ ਹੋ ਤੁਸੀਂ, ਉਹ ਠੀਕ ਹੋ ਜੂ, ਸਾਰਾ ਕੁਝ ਠੀਕ ਹੋ ਜੂ। ਫਿਰ ਇਸ ਤੋਂ ਅਗਲੇ ਸਾਰੇ ਬੁਲਾਰੇ ਰਾਜੇਵਾਲ ਸਾਹਿਬ ਦੇ ਅਨੁਸਾਰ ਇਸ ਦਿਸ਼ਾ ਵਿੱਚ ਹੀ ਬੋਲਦੇ ਜਾ ਰਹੇ ਸੀ ਕਿ ਆਪਾਂ ਨੂੰ ਵਾਕਿਆ ਹੀ ਇੰਝ ਹੀ ਕਰਨਾ ਚਾਹੀਦਾ, ਇਸ ਮੁਲਕ ਦੇ ਵਿੱਚ ਖੇਤੀ ਦਾ ਵਿਕਾਸ ਕਰਨਾ, ਨਵੀਆਂ ਨੀਤੀਆਂ, ਨਵੀਆਂ ਲੋੜਾਂ, ਨਵੀਆਂ ਤਰਜੀਹਾਂ, ਨਵਾਂ ਮਾਹੌਲ ਜਿਹੜਾ ਹੈ ਉਹਦੇ ਤਹਿਤ ਆਪਾਂ ਨੂੰ ਕੰਮ ਕਰਨਾ ਚਾਹੀਦਾ ਤੇ ਆਪਾਂ ਨੂੰ ਇਹਨਾਂ ਕੰਪਨੀਆਂ ਨੂੰ ਕਿਸਾਨਾਂ ਤੋਂ ਪੈਲੀਆਂ ਲੈ ਕੇ ਦੇ ਦੇਣੀਆਂ ਚਾਹੀਦੀਆਂ, ਕੰਟਰੈਕਟ ਕਰ ਦੇਣਾ ਚਾਹੀਦਾ ਤੇ ਆਹ ਕਰ ਦੇਣਾ ਚਾਹੀਦਾ ਤੇ ਉਹ ਕਰ ਦੇਣਾ ਚਾਹੀਦਾ। ਉਹ ਸਾਰੀ ਗੱਲ ਨੂੰ ਰਾਜੇਵਾਲ ਸਾਹਿਬ ਕਹਿੰਦੇ ਵੀ ਮੈਂ ਸੁਣਿਆ ਤੇ ਮੈਂ ਪ੍ਰਤੀਕਿਰਿਆ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਕਿਸੇ ਦਾ ਰਿਸ਼ਤਾ ਕਰਨਾ ਹੋਵੇ ਨਾ ਧੀ ਭੈਣ ਦਾ,
ਤਾਂ ਪਹਿਲਾਂ ਇਹ ਪੁੱਛਦੇ ਆ ਕਿ ਮੁੰਡੇ ਨੂੰ ਜ਼ਮੀਨ ਕਿੰਨੀ ਆਉਂਦੀ ਆ, ਮੁੰਡੇ ਦੇ ਪੈਲੀ ਕਿੰਨੇ ਆ ਪੱਲੇ। ਤੇ ਪੈਲੀ ਨੂੰ ਦੇਖ ਕੇ, ਜ਼ਮੀਨ ਨੂੰ ਦੇਖ ਕੇ ਰਿਸ਼ਤਾ ਹੁੰਦਾ। ਤੇ ਚਾਹੇ ਕਿਸੇ ਦਾ 2 ਕਿੱਲੇ ਆ, ਚਾਹੇ ਕਿਸੇ ਦਾ 50 ਕਿੱਲੇ ਆ, ਪਰ ਇਹ ਗੱਲ ਜੱਟ ਜਿਹੜਾ ਹੈ ਪੰਜਾਬ ਦਾ, ਜਾਂ ਖੇਤੀ ਜਿਹੜੀ ਆ, ਜਾਂ ਕਾਸ਼ਤਕਾਰ ਬਰਾਦਰੀ ਜਿਹੜੀ ਆ, ਉਹਦਾ ਜ਼ਮੀਨ ਨਾਲ ਮਾਂ ਵਾਲਾ ਰਿਸ਼ਤਾ। ਜੇਕਰ ਤੁਸੀਂ ਉਹਦੀ ਜ਼ਮੀਨ ਖੋਵੋਗੇ ਤਾਂ ਪਵਾੜਾ ਪੈਣਾ ਹੀ ਪੈਣਾ। ਖੈਰ ਉਸ ਦਿਨ ਤੋਂ ਬਾਅਦ ਲਗਾਤਾਰ ਜਿਹੜੀ ਐਕਸਰਸਾਈਜ਼ ਆ ਉਹ ਅੱਗੇ ਚੱਲਦੀ ਆ ਰਹੀ ਆ, ਤੇ ਅਖੀਰ ਹੁਣ ਇਹ ਕਾਨੂੰਨ ਬਣ ਕੇ ਲੋਕਾਂ ਦੇ ਸਿਰ ਦੇ ਉੱਤੇ ਬੰਬ ਵਾਂਗੂ ਆ ਡਿੱਗੇ ਨੇ। ਇਹਨਾਂ ਕਾਨੂੰਨਾਂ ਦਾ ਮੁੱਖ ਮਕਸਦ ਲੋਕਾਂ ਦੇ ਕੋਲੋਂ ਜ਼ਮੀਨਾਂ ਖੋਹਣੀਆਂ ਵਾ, ਪਰ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ। ਕਾਨੂੰਨ ਨੇ ਮਾਹੌਲ ਉਹ ਸਿਰਜਣਾ ਕਿ ਐਂਡ ਦੇ ਉੱਤੇ ਹਰੇਕ ਬੰਦੇ ਨੇ ਪੈਲੀ ਨੂੰ ਛੱਡਣ 'ਚ ਹੀ ਭਲਾਈ ਸਮਝਣੀ ਹੈ। ਪੈਲੀ ਨੂੰ ਛੱਡ ਕੇ ਹੀ ਭਲਾ ਲੱਗਣਾ ਉਹਨੂੰ, ਬਈ ਮੈਂ ਇਹ ਕੰਮ 'ਚੋਂ ਨਿਕਲ ਜਾਵਾਂ, ਕੋਈ ਹੋਰ ਕਾਰੋਬਾਰ ਕਰ ਲਵਾਂ। ਦੂਜਾ ਜਿਹੜਾ ਹੈ ਕਿ ਜਿਹੜਾ ਪਹਿਲੋਂ ਸਿਸਟਮ ਚੱਲ ਰਿਹਾ, ਉਹਦੇ ਵਿੱਚ ਇੱਕ ਮੈਕਸਿਮਮ ਪ੍ਰਾਈਸ ਜਿਹੜੀ ਆ ਨਿਸ਼ਚਿਤ ਕੀਤੀ ਜਾਂਦੀ ਆ ਕਿ ਇੰਨੇ ਨੂੰ ਝੋਨਾ ਜਾਂ ਕਣਕ ਇੰਨੇ ਨੂੰ ਵਿਕੂਗੀ, ਪਰ ਛੇਤੀ ਕਿਤੇ ਕਦੇ ਉਵੇਂ ਉਸ ਤਰੀਕ ਦੇ ਕਦੇ ਉਹ ਗੱਲ ਬਣੀ ਨਹੀਂ, ਕਦੇ ਵਾਪਰਿਆ ਨਹੀਂ, ਤੇ ਕਦੇ ਜਿਹੜੀ ਮਿਥੀ ਹੋਈ ਕੀਮਤ ਆ ਉਹ ਮਿਲੀ ਨਹੀਂ। ਅੱਜ ਤੱਕ ਇਹ ਕੰਮ ਇਦਾਂ ਹੀ ਚੱਲਦਾ ਆ ਰਿਹਾ। ਲੋਕ ਜਿਹੜੇ ਨੇ ਬੜੇ ਪਰੇਸ਼ਾਨ ਰਹਿੰਦੇ ਨੇ, ਲੋਕ ਬੜੇ ਦੁਖੀ ਰਹਿੰਦੇ ਨੇ ਕਿ ਜਿਹੜਾ ਸਾਨੂੰ ਸਰਕਾਰ ਨੇ ਰੇਟ ਕੱਢਿਆ ਉਹਦੇ ਤੇ ਵੀ ਸਾਨੂੰ ਉਹ ਵੀ ਚੀਜ਼ ਸਾਨੂੰ ਮਿਲ ਨਹੀਂ ਰਹੀ। ਸੋ ਲਗਾਤਾਰ ਲੋਕ ਜਿਹੜੇ ਆ ਉਹ ਪਿਸਦੇ ਜਾ ਰਹੇ ਆ। ਖੇਤੀ ਵਾਲੇ ਲੋਕ ਖੁਦਕੁਸ਼ੀਆਂ ਇਸ ਕਰਕੇ ਨਹੀਂ ਕਰਦੇ ਕਿ ਬੜੀ ਲਗਜ਼ਰੀ ਲਾਈਫ ਜਿਉਂਦੇ ਆ। ਖੇਤੀ ਵਾਲੇ ਲੋਕ ਇਸ ਕਰਕੇ ਨਹੀਂ ਜਿਹੜਾ ਖੁਦਕੁਸ਼ੀਆਂ ਕਰਦੇ ਕਿ ਉਹ ਖਰਚੇ ਬਹੁਤ ਵਧਾਈ ਫਿਰਦੇ ਆ। ਉਲਟੀ ਗੱਲ ਇਹ ਆ ਕਿ ਸਟੇਟ ਨੇ ਇਹੋ ਜਿਹਾ ਸਿਸਟਮ ਬਣਾ ਦਿੱਤਾ, ਜਿਹੜੀ ਹਰੀ ਕ੍ਰਾਂਤੀ ਸੀ ਉਹਦੇ ਰਾਹੀਂ ਲੋਕਾਂ ਨੂੰ ਬੰਝ ਤੇ ਚੜਾਤਾ। 1970-71 ਦੇ ਵਿੱਚ ਇੰਦਰਾ ਗਾਂਧੀ ਜਿਹੜੀ ਹੈ ਉਹ ਮੁਲਕ ਦੀ ਪ੍ਰਧਾਨ ਮੰਤਰੀ ਸੀ, ਜਿਹੜੀ ਕਿ ਕਿਸਾਨ ਆਗੂਆਂ ਨੂੰ ਬਿਠਾ ਕੇ ਕਹਿੰਦੀ ਸੀ ਕਿ ਮੈਨੂੰ ਬਾਹਰਲੇ ਮੁਲਕਾਂ ਦੇ ਸਾਹਮਣੇ ਬੜਾ ਸ਼ਰਮਸ਼ਾਰ ਹੋਣਾ ਪੈਂਦਾ, ਅਮਰੀਕਾ ਵਗੈਰਾ ਦੇ ਵਿੱਚ ਜਾ ਕੇ, ਕਿਉਂਕਿ ਮੁਲਕ ਦੇ ਕੋਲੇ ਅੰਨ ਦਾ ਇੰਨਾ ਜ਼ਿਆਦਾ ਘਾਟਾ। ਤੋ ਅੰਨ ਦੀ ਘਾਟ ਪੂਰੀ ਕਰਨ ਦੇ ਲਈ ਹਰੀ ਕ੍ਰਾਂਤੀ ਵਾਲਾ ਜਿਹੜਾ PAU ਵਾਲਾ ਮਾਡਲ ਆ ਸਾਰਾ, ਉਹ ਲੰਮੀ ਚੌੜੀ ਕਹਾਣੀ ਆ ਕਿ ਕਿਵੇਂ ਖੇਤੀ ਨੂੰ ਉੱਚਾ ਚੱਕਣ ਦੇ ਲਈ ਕਣਕ ਝੋਨੇ ਵਾਲਾ ਕੰਮ ਆਇਆ। ਝੋਨਾ ਸਾਡੇ ਪੰਜਾਬ ਦੀ ਫਸਲ ਨਹੀਂ ਸੀ। ਝੋਨਾ ਜਿਹੜਾ ਹੈਗਾ ਬਹੁਤ ਜ਼ਿਆਦਾ ਪਾਣੀ ਖਿੱਚਦਾ। ਅਸੀਂ ਪਿਛਲੇ 40 ਸਾਲਾਂ ਦੇ ਵਿੱਚ ਪੰਜਾਬ ਨੂੰ ਬੰਜਰ ਬਣਾ ਲਿਆ ਝੋਨਾ ਬੀਜ ਕੇ। ਸਾਨੂੰ ਪੈਸੇ ਦੀ ਇਹੋ ਜਿਹੀ ਲੱਤ ਲੱਗੀ ਕਿ ਪੈਸਾ ਕਮਾਉਣਾ ਇਹਦੇ ਚੋਂ। ਇਦੋਂ ਪਹਿਲਾਂ ਸਾਡੀਆਂ ਜਿਣਸਾਂ ਹੋਰ ਹੁੰਦੀਆਂ ਸੀ, ਅਸੀਂ ਉਹ ਬਹੁਤ ਸਾਰੀਆਂ ਜਿਣਸਾਂ ਛੱਡ ਦਿੱਤੀਆਂ, ਕਣਕ ਝੋਨੇ ਦੇ ਗਧੀ ਗੇੜ ਵਿੱਚ ਪੈ ਗਏ। ਤੇ ਉਹ ਕਣਕ ਝੋਨਾ ਜਿਹੜਾ ਸੀ ਉਹਦਾ ਹਾਲ ਇਹ ਆ, ਅੱਜ ਦੀ ਗੱਲ ਤਾਂ ਬਹੁਤ ਲੰਮੀ ਹੋ ਜੂ, ਉਦੋਂ ਹੀ ਜਦੋਂ ਇੰਦਰਾ ਗਾਂਧੀ ਨੇ ਕਿਹਾ, ਮੁਲਕ ਦੀ ਪ੍ਰਧਾਨ ਮੰਤਰੀ ਨੇ, 2-3 ਸਾਲਾਂ ਬਾਅਦ ਹੀ ਉਹ ਕਹਿਣ ਲੱਗ ਪਈ ਸੀ ਕਿ ਸਾਡੇ ਕੋਲੇ ਜੀ ਹੁਣ ਇੰਨਾ ਕੁ ਭੰਡਾਰਾ ਹੋ ਚੁੱਕਿਆ ਕਿ ਸਾਨੂੰ ਤੁਹਾਡੀ ਨਵੀਂ, ਤੁਸੀਂ ਹੋਰ ਗਾਹਾਂ ਕਣਕ ਝੋਨਾ ਉਪਜਾਉਣਾ ਨਹੀਂ ਉਪਜਾਉਣਾ, ਤੁਹਾਡੀ ਮੌਜ ਆ, ਸਾਡਾ ਸਰ ਗਿਆ। ਉਦੋਂ ਦੱਸਦੇ ਆ ਵੀ ਅਜੇ 70-75 ਰੁਪਏ ਕਣਕ ਦਾ ਰੇਟ ਚੱਲਦਾ ਸੀਗਾ, ਤੇ ਉਸ ਰੇਟ ਦੇ ਉੱਤੇ ਵੀ ਇੰਦਰਾ ਗਾਂਧੀ ਇਹ ਕਹਿਣ ਲੱਗ ਪਈ ਸੀ ਕਿ ਸਾਤੋਂ ਹੋਰ ਰੇਟ ਨਹੀਂ ਦਿੱਤਾ ਜਾਣਾ ਤੇ ਸਾਨੂੰ ਤੁਸੀਂ ਬਖਸ਼ੋ, ਬਹੁਤ ਝੋਨਾ ਹੋ ਗਿਆ, ਬੜੀ ਕਣਕ ਹੋ ਗਈ। ਹੁਣ ਕਿਸਾਨ ਨੇ ਹਰੀ ਕ੍ਰਾਂਤੀ ਦੇ ਉਸ ਚੱਕਰਵਿਊਹ ਦੇ ਵਿੱਚ ਜਦੋਂ ਆਹ ਸਿਸਟਮ ਆਇਆ, PAU ਆਈ, ਨਵੇਂ ਬੀ ਆਏ, ਫਿਰ ਨਾਲ ਜਿਹੜੀ ਟੈਕਨੀਕ ਨਵੀਂ ਆਈ, ਤੇ ਟੈਕਨੀਕ ਦੇ ਨਾਲ ਖੇਤੀ ਨਾਲ ਸੰਬੰਧਿਤ ਜਿਹੜੇ ਸੰਦ ਬਲੇਵਾਂ ਸੀ ਉਹ ਨਵਾਂ ਲੈਣ ਦੇ ਲਈ ਕਈ ਬੈਂਕਾਂ ਜਾਂ ਸੁਸਾਇਟੀਆਂ ਖੜੀਆਂ ਕੀਤੀਆਂ ਗਈਆਂ ਕਿ ਉੱਥੋਂ ਸੰਦ ਤੁਹਾਨੂੰ ਸਸਤਾ ਮਿਲ ਜੂ। ਜਿਹੜੇ ਪੰਜਾਬ ਦੇ ਵਿੱਚ ਟਰੈਕਟਰ ਟਰਾਲੀ ਬਿਰਲੇ ਘਰ 'ਚ ਹੁੰਦੀ ਸੀ, ਉੱਥੇ ਆਮ ਹੋ ਗਈ। ਫਿਰ ਇੰਜਣਾਂ ਦੇ ਲਈ, ਹਰ ਚੀਜ਼ ਦੇ ਲਈ ਜਿਹੜਾ ਕਰਜ਼ਾ ਉਹ ਆਮ ਮਿਲਣ ਲੱਗ ਗਿਆ। ਮਾਹੌਲ ਇਹੋ ਜਿਹਾ ਬਣਾ ਦਿੱਤਾ ਕਿ ਹਰੇਕ ਬੰਦੇ ਨੂੰ ਬੇਲੋੜੇ ਸੰਦ ਜਿਹੜੇ ਆ, ਜਦੋਂ ਤੱਕ ਉਹ ਵਿਹਲਾ ਹੁੰਦਾ ਸੰਦ ਕਰਜ਼ੇ ਤੋਂ, ਉਦੋਂ ਤੱਕ ਵੈਸੇ ਹੀ ਕਵਾੜ ਬਣ ਜਾਂਦਾ। ਸੋ ਉਹਨਾਂ ਚੀਜ਼ਾਂ ਦੇ ਰੇਟ ਵੀ ਬਹੁਤ ਵੱਡੇ ਤੇ ਮਹਿੰਗੇ, ਜਿਹੜੇ ਖੇਤੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਸੀਗੀਆਂ। ਸੋ ਇਹ ਸਾਰਾ ਸਿਸਟਮ ਕਿਸਾਨ ਨੂੰ ਘੇਰ ਕੇ ਇੰਨਾ ਕੁ ਜ਼ਿਆਦਾ ਦਬੱਲਣ ਵਾਲਾ ਸੀ, ਇੰਨਾ ਕੁ ਕਰਜ਼ੇ ਨਾਲ ਉਹਨੂੰ ਘੇਰਨ ਵਾਲਾ ਸੀ ਕਿ ਕਿਸਾਨ ਖੁਦਕੁਸ਼ੀ ਵਾਲੇ ਹੀ ਪਾਸੇ ਜਾਏਗਾ। ਸੋ ਪਹਿਲਾਂ ਵਾਲਾ ਜਿਹੜਾ ਮਾਡਲ ਆ
ਜਿਹਦੇ ਵਿੱਚ ਮੰਡੀ 'ਚ ਜਾ ਕੇ ਆੜ੍ਹਤੀਏ ਦੇ ਰਾਹੀਂ ਕਿਸਾਨ ਕਣਕ ਝੋਨਾ ਜਾਂ ਹੋਰ ਜਿਣਸਾਂ ਬੀਜਦਾ ਤੇ ਵੇਚਦਾ ਹੈ, ਉਹਦੇ ਵਿੱਚ ਪਹਿਲੋਂ ਹੀ ਕਈ ਘਾਟਾਂ ਨੇ। ਹਰੇਕ ਸਿਸਟਮ ਦੇ ਵਿੱਚ ਘਾਟਾਂ ਹੁੰਦੀਆਂ ਨੇ। ਤੋਂ ਪੰਜਾਬ ਦੀ ਕਿਸਾਨੀ ਇਸ ਗੱਲ ਲਈ ਕਾਫੀ ਜ਼ਿਆਦਾ ਜਿਹੜੀ ਮੰਗ ਕਰਦੀ ਰਹੀ ਆ ਕਿ ਜਿਹੜਾ ਪਹਿਲੋਂ ਸਿਸਟਮ ਚੱਲ ਰਿਹਾ ਉਹਦੇ ਵਿੱਚ ਸੋਧਾਂ ਕਰਨੀਆਂ ਚਾਹੀਦੀਆਂ। ਹੁਣ ਸੋਧਾਂ ਤਾਂ ਉਹਦੇ 'ਚ ਕੀ ਕਰਨੀਆਂ ਸੀ, ਉਹਦੇ ਪੈਰਲਲ ਨਵਾਂ ਮਾਡਲ ਲਿਆ ਕੇ ਖੜਾ ਕਰ ਰਹੇ। ਨਵੇਂ ਮਾਡਲ ਦੇ ਵਿੱਚ ਜਿਹੜਾ ਪਹਿਲੋਂ ਵਾਲਾ ਮਾਡਲ ਆ ਉਹ ਤਾਂ ਸਿਸਕਦਾ ਜਿਹਾ ਰੱਖਦਾ ਸੀ, ਬੰਦੇ ਨੂੰ ਸਾਹ ਆਉਂਦਾ ਰਹਿੰਦਾ ਸੀ। ਨਵੇਂ ਮਾਡਲ ਦੇ ਵਿੱਚ ਤਾਂ ਕਿਸਾਨ ਦਾ ਕਤਲ, ਹੁਣ ਖੁਦਕੁਸ਼ੀ ਕਰਾਵੇ ਕਿਸਾਨ ਕੇ ਕਤਲ ਕਰਾਵੇ, ਹੁਣ ਉਹਨੂੰ ਇਹ ਕਿਹਾ ਜਾ ਰਿਹਾ। ਗੱਲ ਇਹ ਜਿਹੜਾ ਅੰਦੋਲਨ ਹੈ, ਇਸ ਅੰਦੋਲਨ ਦਾ ਧੁਰਾ ਕੇਵਲ ਇੰਨਾ ਕਿ ਨਹੀਂ ਹੈ ਕਿ ਜੀ ਆ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਕਰ ਦਿਓ। ਦੇਖੋ ਕਿੱਡੀ ਹਰਾਮਜਦਗੀ ਹੈ ਬਈ, ਨਾਲ ਦੋ ਹੋਰ ਆਰਡੀਨੈਂਸ ਤਿਆਰ ਕਰ ਲਏ। ਇੱਕ ਬਿਜਲੀ ਦੇ ਨਾਲ ਸੰਬੰਧਿਤ ਦਾ ਬਿਜਲੀ ਬਿੱਲ ਜਿਹੜੇ ਨੇ, ਇੱਕ ਜਿਹੜਾ ਹੈ ਪਰਾਲੀ ਸਾੜਨ ਉੱਤੇ ਮਣਾ ਮੂੰਹ ਜੁਰਮਾਨਾ ਤੇ 5 ਸਾਲ ਸਜ਼ਾ, ਕਰੋੜ ਰੁਪਇਆ ਜੁਰਮਾਨਾ। ਹੁਣ ਇਹ ਜਿਹੜੇ ਨੇ ਅਸਲ ਵਿੱਚ ਇਹ ਕੀਤੇ ਇਸ ਕਰਕੇ ਸੀਗੇ ਵੀ ਜੇਕਰ ਚੂੰ-ਚਾਂ ਵੱਧ ਕਰਦੇ ਹੋਏ ਤਾਂ ਇਹਨਾਂ ਦਾ ਡਰਾਵਾ ਦੇ ਕੇ ਲੋਕਾਂ ਨੂੰ ਡਰਾ ਲਿਆਂਗੇ। ਹਜੇ ਹੋਰ ਬੜਾ ਕੁਝ ਕੀਤਾ ਜਾ ਸਕਦਾ, ਲੋਕਾਂ ਦੇ ਉੱਤੇ ਸਿੱਧੀ ਫਾਇਰਿੰਗ ਵੀ ਕੀਤੀ ਜਾ ਸਕਦੀ ਆ, ਕਤਲੇਆਮ ਵੀ ਕੀਤਾ ਜਾ ਸਕਦਾ। ਤੇ ਇਹ ਉਵੇਂ ਹੀ ਹੈ ਜਿਵੇਂ ਰੋਲਟ ਐਕਟ ਤੇ ਹੋਰ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਉਸ ਵੇਲੇ ਭਾਰਤੀ ਲੋਕਾਂ ਨੇ ਗੋਰਿਆਂ ਦੇ ਖਿਲਾਫ ਸੰਘਰਸ਼ ਲੜਿਆ ਸੀ। ਅੱਜ ਵੀ ਇਹ ਜਿਹੜਾ ਸੰਘਰਸ਼ ਆ ਇਹ ਮਲਟੀਨੈਸ਼ਨਲ ਕੰਪਨੀਆਂ ਦੇ ਨਾਲ ਹੈ। ਮੋਦੀ ਹੁਣੀ ਮੋਹਰੇ ਆ, ਇਹਨਾਂ ਦੇ ਹੱਥ ਬਸ ਬਹੁਤਾ ਕੁਝ ਨਹੀਂ ਹੈ। ਸੋ ਇਹ ਜਮੂਰੇ ਜਿਵੇਂ ਹੁੰਦੇ ਆ, ਜਮੂਰੇ ਤੋਂ ਜਮੂਰੇ ਜਿਹੜੇ ਨੇ ਇਹ ਹੁਣ ਪੂਰਾ ਖਿਜੇ ਹੋਏ ਨੇ ਕਿ ਅਸੀਂ ਆਪਦੇ ਮਾਲਕਾਂ ਨੂੰ ਕੀ ਜਵਾਬ ਦੇਵਾਂਗੇ। ਇਹ ਗੱਲਾਂ ਬੇਕਾਰ ਨੇ ਕਿ ਜੀ ਜੇਕਰ ਇਹਨਾਂ ਕਾਲੇ ਕਾਨੂੰਨਾਂ ਤੋਂ ਪਿੱਛੇ ਹਟ ਗਏ ਤਾਂ ਸਾਨੂੰ ਤਾਂ ਹਰੇਕ ਕਾਨੂੰਨ ਦੇ ਉੱਤੇ ਲੋਕ ਘੇਰ ਲਿਆ ਕਰਨਗੇ, ਸਾਨੂੰ ਤਾਂ ਜੀ ਹਰੇਕ ਗੱਲ ਦੇ ਉੱਤੇ ਲੋਕ ਘੇਰ ਲਿਆ ਕਰਨਗੇ। ਸਾਨੂੰ ਕਹਿਣਗੇ ਜੀ ਫਲਾਨਾ ਵੀ ਕਾਨੂੰਨ ਤੁਸੀਂ ਰੱਦ ਕੀਤਾ ਹੀ ਸੀ। ਉਹ ਭਾਈ ਇਸ ਤੋਂ ਪਹਿਲਾਂ ਤੁਸੀਂ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਆ, CAA NRC, ਉਹਦਾ ਜਦੋਂ ਵਿਰੋਧ ਹੋਇਆ, 370 ਧਾਰਾ ਵਾਲੇ ਜਦੋਂ ਰੀਵੋਕ ਕੀਤੀ ਆ ਜੰਮੂ ਕਸ਼ਮੀਰ ਚੋਂ, ਉਹਦਾ ਵਿਰੋਧ ਜਦੋਂ ਹੋਇਆ, ਉਹ ਤੁਸੀਂ ਬੜੀ ਸੁਣੀਆਂ ਗੱਲ। ਸੋ ਬਹਾਨਾ ਹਰੇਕ ਵਾਰੀ ਤੁਹਾਡਾ ਕੋਈ ਨਵਾਂ ਹੁੰਦਾ। ਕਦੇ ਕਹਿ ਦੇਣੋ ਤੁਹਾਨੂੰ ਤਾਂ ਸਮਝ ਹੀ ਨਹੀਂ ਲੱਗਦੀ, ਹਰੇਕ ਨੂੰ ਕਹਿ ਦੇਣਗੇ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਆ। ਹੁਣ ਕਿਸਾਨਾਂ ਨੂੰ ਕਹੀ ਜਾਂਦੇ ਆ ਵੀ ਤੁਹਾਡੇ ਫਾਇਦੇ ਲਈ ਆ, ਤੇ ਹਰੇਕ ਵਾਰੀ ਕੁਛ ਦਲਾਲ ਟਾਈਪ ਬੰਦੇ ਸਾਹਮਣੇ ਖੜੇ ਕਰਕੇ ਉਹਨਾਂ ਤੋਂ ਖਾ ਵੀ ਲੈਂਦੇ ਆ ਕਿ ਜੀ ਸਾਨੂੰ ਤਾਂ ਇਹਦਾ ਬੜਾ ਫਾਇਦਾ। ਪਰ ਅਸਲ ਵਿੱਚ ਇਹ ਸਾਰੀ ਜਿਹੜੀ ਖੇਡ ਆ, ਇਸ ਖੇਡ ਦੇ ਪਿੱਛੇ ਉਹ ਮਲਟੀਨੈਸ਼ਨਲ ਕੰਪਨੀਆਂ ਨੇ ਜਿਹੜੀਆਂ ਇਸ ਸਰਕਾਰ ਦੇ ਰਾਹੀਂ ਆਪਦੇ ਮਨਸੂਬੇ ਜਿਹੜੇ ਆ ਉਹ ਪੂਰੇ ਕਰ ਰਹੀਆਂ ਨੇ। ਸੋ ਕਾਲੇ ਕਾਨੂੰਨਾਂ ਦੇ ਖਿਲਾਫ ਅੱਜ ਜਿਹੜੀ ਡਿਵੈਲਪਮੈਂਟ ਹੋਈ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਅਸੀਂ ਇਹਨਾਂ ਨੂੰ ਤੁਹਾਡੀਆਂ ਸੋਧਾਂ ਸਾਧਾਂ ਲਈ ਨਹੀਂ ਇੱਥੇ ਆਏ, ਅਸੀਂ ਇਹ ਸਾਰਾ ਕੁਝ ਰੱਦ ਕਰਵਾਉਣ ਆਏ ਹਾਂ। ਨਾਲ ਦੀ ਨਾਲ ਉਹਨਾਂ ਨੇ ਜੈਪੁਰ ਵਾਲਾ ਜਿਹੜਾ ਦਿੱਲੀ ਨੂੰ ਰਾਹ ਆਉਂਦਾ ਉਹਨੂੰ ਡੱਕਣ ਦਾ ਐਲਾਨ ਵੀ ਕੀਤਾ। ਹੋਰ ਵੀ ਕਈ ਪ੍ਰੋਗਰਾਮ ਲੀਕੇ ਆ ਤੇ ਕੁਝ ਨਵੇਂ ਐਲਾਨ ਵੀ ਅਗਲੇ ਦਿਨਾਂ 'ਚ ਹੋਣਗੇ, ਕਿਉਂਕਿ ਜਦੋਂ ਕੋਈ ਐਜੀਟੇਸ਼ਨ ਚੱਲਦੀ ਆ ਉਹ ਸਟੇਟ ਗੌਰਮੈਂਟ ਦੇ ਉੱਤੇ ਦਬਾਅ ਪਾਉਣ ਲਈ ਬਹੁਤ ਸਾਰੇ ਟ੍ਰਿਕ ਵਰਤਦੀ ਆ, ਬਹੁਤ ਸਾਰੇ ਰਾਹ ਬਣਾਉਂਦੀ ਆ। ਉਵੇਂ ਹੀ ਸਟੇਟ ਦਾ ਵੀ ਹੁੰਦਾ ਵੀ ਅਸੀਂ ਲੋਕਾਂ ਨੂੰ ਡਰਾਉਣ ਲਈ ਦਬਕਾਉਣ ਲਈ ਕੁਝ ਕਰੀਏ। ਮੈਂ ਪਿਛਲੇ ਦਿਨਾਂ 'ਚ ਵੀ ਇਹ ਗੱਲ ਕਹਿੰਦਾ ਰਿਹਾ ਬਈ ਕੋਈ ਬਹੁਤੀ ਆਸ ਨਹੀਂ, ਤੇ ਹੁਣ ਵੀ ਇਹੀ ਆ ਕਿ ਆਸ-ਊਸ ਰੱਖਣ ਵਾਲੀਆਂ ਗੱਲਾਂ ਝੂਠੀਆਂ ਨੇ। ਇਹ ਲੋਕ ਬਲੱਡ ਸ਼ੈਡ, ਖੂਨ ਖਰਾਬਾ ਤਾਂ ਬਰਦਾਸ਼ਤ ਕਰ ਲੈਣਗੇ, ਇਹ ਕਾਲੇ ਕਾਨੂੰਨਾਂ ਤੋਂ ਪਿੱਛੇ ਨਹੀਂ ਮੁੜਨਗੇ। ਅਮਿਤ ਸ਼ਾਹ ਤੇ ਮੋਦੀ ਦੀ ਜਿਹੜੀ ਜੋੜੀ ਆ, ਇਹ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਖੇਡ ਰਹੀ ਆ, ਉਹਨਾਂ ਲੋਕਾਂ ਨੇ ਇਸ ਲਈ ਨਹੀਂ ਬਣਾਇਆ ਕਿ ਬਾਅਦ 'ਚ ਆ ਕੇ ਹੀ ਕਰਕੇ ਕਹਿ ਦਿਓ ਕਿ ਜੀ ਸਾਡਾ ਤਾਂ ਵਿਰੋਧ ਹੀ ਬੜਾ ਹੋ ਰਿਹਾ ਇਸ ਕਰਕੇ ਸਾਡੇ ਲਈ ਮੁਸ਼ਕਲ ਆ। ਉਲਟਾ ਇਹਨਾਂ ਨੇ ਤਾਂ ਇਹ ਕਹਿਣਾ ਕਿ ਸਾਨੂੰ ਦੱਸੋ, ਅਸੀਂ ਜੋ ਤੁਸੀਂ ਕਹਿੰਦੇ ਹੋ ਕਰ ਦਿੰਦੇ ਹਾਂ। ਜੋ ਚਾਹੁੰਦੇ 'ਚ ਇਹੀ ਆ ਵੀ ਤੁਸੀਂ ਭਾਈ ਤਾਕਤ ਦੀ ਵਰਤੋਂ ਕਰੋ। ਸੋ ਇਸ ਅੰਦੋਲਨ ਦੇ ਉੱਤੇ ਬਹੁਤ ਜਿਹੜਾ ਸੰਤਾਪ ਵਾਲਾ ਦੌਰ ਆ ਉਹ ਹੁਣ ਸ਼ੁਰੂ ਹੋਣ ਜਾ ਰਿਹਾ, ਤੇ ਸਾਰੇ ਭਾਰਤ ਦੇ ਲੋਕਾਂ ਨੇ, ਸਾਰੇ ਸੰਸਾਰ ਦੇ ਲੋਕਾਂ ਨੇ ਇਸ ਅੰਦੋਲਨ ਨੂੰ ਜੈ ਜੈਕਾਰ ਕੀਤੀ ਆ, ਚੰਗਾ ਕਿਹਾ, ਠੀਕ ਕਿਹਾ। ਸਿਆਸੀ ਦਲਾਂ ਦਾ ਆਪ ਦਾ ਨਜ਼ਰੀਆ ਹੁੰਦਾ। ਅੱਜ ਸਾਰੇ ਸਿਆਸੀ ਦਲ ਉਹਨਾਂ ਦੇ ਨੁਮਾਇੰਦੇ ਇਕੱਠੇ ਹੋ ਕੇ ਮੁਲਕ ਦੇ ਰਾਸ਼ਟਰਪਤੀ ਨੂੰ ਵੀ ਮਿਲੇ ਨੇ, ਪਰ ਰਾਸ਼ਟਰਪਤੀ ਦੇ ਹੱਥ 'ਚ ਕੋਈ ਬਹੁਤੀ ਤਾਕਤ ਨਹੀਂ। ਹਾਂ, ਉਹਨਾਂ ਨੇ ਆਪਦੀ ਖਾਨਾ ਪੂਰਤੀ ਕਰ ਦਿੱਤੀ ਹੈ। ਮੈਂ ਤਾਂ ਇਹ ਕਹਿਣਾ ਕਿ ਜੇਕਰ ਕਾਂਗਰਸ ਦੀ ਸਰਕਾਰ ਹੁੰਦੀ
ਤਾਂ ਉਹਨੇ ਵੀ ਇਹੀ ਕੁਝ ਕਰਨਾ ਸੀ। ਜੇ ਕਾਂਗਰਸ ਦੀ ਸਰਕਾਰ ਕੇਂਦਰ 'ਚ ਹੁੰਦੀ ਤਾਂ ਉਹਦੇ ਕੋਈ ਅੰਬਾਨੀ ਤੇ ਅਡਾਨੀ ਦੇ ਰਾਹੀਂ ਕਾਰਪੋਰੇਟ ਘਰਾਣੇ ਆ ਜਿਹੜੇ ਕਾਂਗਰਸ ਦੇ ਨੇੜੇ ਹੋਣੇ ਸੀ, ਉਹਨਾਂ ਰਾਹੀਂ ਇਹ ਗੱਲ ਆ ਜਾਣੀ ਸੀ। ਤੇ ਕਾਰਪੋਰੇਟ ਘਰਾਣੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਮਲਟੀਨੈਸ਼ਨਲ ਕੰਪਨੀਆਂ ਨੇ, ਅੱਜ ਜਿਨ੍ਹਾਂ ਨੇ ਅੰਬਾਨੀ ਤੇ ਅਡਾਨੀ ਰਾਹੀਂ ਮੋਦੀ ਡੰਗਿਆ, ਉਹਨਾਂ ਨੇ ਕਿਸੇ ਹੋਰ ਦੇ ਰਾਹੀਂ ਕਿਸੇ ਹੋਰ ਨੂੰ ਮੂਹਰੇ ਲਾ ਕੇ ਜਿਹੜੇ ਕਾਂਗਰਸ ਦੇ ਨੇੜੇ ਹੋਣੇ ਸੀ ਇੱਥੇ ਵਪਾਰਕ ਘਰਾਣੇ, ਉਹਨਾਂ ਰਾਹੀਂ ਕਾਂਗਰਸ ਸਰਕਾਰ ਨੂੰ ਕਾਬੂ ਕਰ ਲੈਣਾ ਸੀ ਤੇ ਆਪਦੀ ਮਰਜ਼ੀ ਦੇ ਜਿਹੜੇ ਸੌਦੇ ਆ ਉਹ ਕਰ ਲੈਣੇ ਸੀ। ਇਸ ਮੁਲਕ ਦੇ ਵਿੱਚ ਸਰਕਾਰਾਂ ਬਣਾਉਣੀਆਂ ਜਾਂ ਕਹਿਣਾ ਵੀ ਇਹ ਇਦਾਂ ਹੋ ਜੇ ਕੋਈ ਬੜਾ ਔਖਾ ਕੰਮ ਨਹੀਂ। ਇੱਥੇ ਜਲੰਧਰ ਦੇ ਵਿੱਚ ਇੱਕ ਸਰਕਾਰੀ ਅਫਸਰ ਟੰਡਨ ਸ਼ਾਇਦ ਉਹਦਾ ਨਾਮ ਸੀ, ਉਹਨੇ ਕੀ ਕੀਤਾ ਵੀ ਰਿਲਾਇੰਸ ਦੇ ਕਿਸੇ ਜਗਾੜਮੈਂਟ ਦੇ ਉੱਤੇ ਛਾਪੇਮਾਰੀ ਕੀਤੀ ਤੇ ਕਾਫੀ ਰਿਕਾਰਡ ਕਬਜ਼ ਕਰ ਲਿਆ। ਬਾਅਦ 'ਚ ਉਹਦੀ ਸੈਟਲਮੈਂਟ ਹੋ ਗਈ, ਉਹਦੇ ਮੁੰਡਿਆਂ ਨੂੰ ਲੱਖਾਂ ਰੁਪਏ ਦੀ ਤਨਖਾਹ ਉੱਤੇ ਰਿਲਾਇੰਸ ਦੇ ਵਿੱਚ ਨੌਕਰੀ ਮਿਲ ਗਈ। ਜਿਹੜੀ ਉਹਦੀ ਘਰਵਾਲੀ ਸੀ, ਉਹਨੂੰ ਜਿਹੜਾ ਉਹ ਸਾਕਸ਼ੀ ਮਹਾਰਾਜ ਹੈਗਾ ਯੂਪੀ ਦੇ ਵਿੱਚ ਚੋਣਾਂ ਲੜਦਾ, ਉਹ ਕਦੇ ਉੱਥੋਂ ਕਹਿੰਦੇ ਹਾਰਿਆ ਨਹੀਂ ਸੀ। ਮਣਾ ਮੂੰਹ ਰੁਪਈਆ ਖਰਚਿਆ, ਰਿਲਾਇੰਸ ਵਾਲਿਆਂ ਨੇ ਖਰਚਿਆ ਤੇ ਉੱਥੇ ਉਹਨੂੰ ਐਮਪੀ ਬਣਾਤਾ। ਤੇ ਇਹ ਜਿਹੜਾ ਸਰਕਾਰੀ ਅਫਸਰ ਸੀ ਟੰਡਨ, ਇਹਨੇ ਫਿਰ ਰਿਜ਼ਾਈਨ ਦੇਤਾ ਤੇ ਇਹ ਵੀ ਰਿਲਾਇੰਸ ਦੇ ਵਿੱਚ ਬੜੀ ਵੱਡੀ ਪੋਸਟ ਉੱਤੇ ਫਿਰ ਕੰਮ ਕਰਦਾ ਰਿਹਾ। ਫਿਰ ਅਖੀਰ ਇਹ ਸਾਰਾ ਟੱਬਰ ਜਿਹੜਾ ਸੀਗਾ ਸਵਿਟਜ਼ਰਲੈਂਡ ਜਾਂ ਯੂਰਪ ਦੇ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਉੱਥੇ ਰਹਿਣ ਲੱਗ ਪਿਆ। ਤੇ ਉੱਥੇ ਇਹਨਾਂ ਦੀ ਕੰਪਨੀ 'ਚ ਕਿਸੇ 'ਚ ਕੰਮ ਕਰਨ ਲੱਗ ਪਏ ਹੋਣੇ ਆ, ਇੰਟਰਨੈਸ਼ਨਲ ਮਲਟੀਨੈਸ਼ਨਲ ਕੰਪਨੀ, ਜਿਹਦਾ ਇਹਨਾਂ ਨੇ ਇੱਥੇ ਬਹਿ ਕੇ ਸੀਟਾਂ ਉੱਤੇ ਭਲਾ ਸਵਾਰਿਆ ਹੋਊਗਾ। ਸੋ ਜੇਕਰ ਇੱਥੇ ਟੰਡਨ ਪਰਿਵਾਰ ਜਿਹੜਾ ਹੈਗਾ ਉਹ ਰਿਲਾਇੰਸ ਦੇ ਰਾਹੀਂ, ਅੰਬਾਨੀ ਹੁਣਾਂ ਦੇ ਰਾਹੀਂ ਆਪਦੀ ਜ਼ਿੰਦਗੀ ਸੁਧਾਰ ਸਕਦਾ ਹੈ, ਜਾਣੀ ਕਿ ਘਰ ਵਾਲੀ ਐਮਪੀ ਬਣ ਗਈ, ਆਪ ਤੇ ਆਪਦਾ ਮੁੰਡਾ ਜਿਹੜਾ ਹੈ ਉਹਨਾਂ ਨੇ ਵਧੀਆ ਨੌਕਰੀਆਂ ਜਿਹੜੀਆਂ ਨੇਗੀਆਂ ਰਿਲਾਇੰਸ ਦੇ ਵਿੱਚ ਉਹ ਕਾਬੂ ਕਰ ਲਈਆਂ। ਫਿਰ ਅਖੀਰ ਉਹ ਬਾਹਰ ਜਾਣ ਵਿੱਚ, ਨਜ਼ਾਰੇ ਲੈਣ ਵਿੱਚ, ਜ਼ਿੰਦਗੀ ਐਸ਼ ਨਾਲ ਗੁਜ਼ਾਰਨ ਵਿੱਚ ਵੀ ਕਾਮਯਾਬ ਰਿਹਾ। ਇਸ ਮੌਕੇ ਵੀ ਇਸ ਮੁਲਕ ਦੇ ਵਿੱਚ ਪਾਰਲੀਮੈਂਟ ਵਿੱਚ ਬੀਜੇਪੀ ਦੇ ਬੈਠੇ ਬਹੁਤੇ ਜ਼ਿਆਦਾ ਮੈਂਬਰ ਪਾਰਲੀਮੈਂਟ ਇਹੋ ਜਿਹੇ ਨੇ ਜਿਹੜੇ ਇਹਨਾਂ ਵਪਾਰਕ ਕੰਪਨੀਆਂ ਦੇ ਜਿਤਾਏ ਹੋਏ ਜਿੱਤੇ ਨੇ, ਉਹ ਉਹਨਾਂ ਤੋਂ 1 ਇੰਚ ਪਰਾਂ ਨਹੀਂ ਹੋ ਸਕਦੇ। ਤੁਸੀਂ ਅੰਦਾਜ਼ਾ ਲਾਓ, ਕੋਈ ਕਿਸੇ ਦੂਜੇ ਪਿੰਡ 'ਚ ਜਾ ਕੇ ਮੈਂਬਰ ਪੰਚਾਇਤ ਦੀ ਚੋਣ ਵੀ ਜੇ ਲੜੇ ਉਹ ਨਹੀਂ ਜਿੱਤ ਸਕਦਾ। ਇੱਥੇ ਸਨੀ ਦਿਓਲ ਲਾਸਟ ਮਿੰਟ ਤੇ ਪਠਾਨਕੋਟ ਆਇਆ, ਕਾਗਜ਼ ਭਰੇ, ਜਿੱਤ ਕੇ ਹੋ ਗਿਆ। ਜਿਹੜਾ ਹੰਸਰਾਜ ਹੰਸ ਆ ਉਹ ਪੰਜਾਬ ਦੇ ਵਿੱਚ ਇੱਥੇ ਸ਼ਾਇਦ ਮੈਂਬਰ ਪੰਚਾਇਤ ਨਾ ਬਣ ਸਕੇ, ਪਰ ਉਹ ਦਿੱਲੀ ਦੇ ਵਿੱਚ ਉੱਥੋਂ ਦੇ ਜਿਹੜੇ ਲੋਕ ਨੇ, ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਉਹਨੇ ਹਰਾਇਆ, ਉਹ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਹੋਣੇ ਆ ਵੀ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਆ ਜਿਹੜੀ ਸਾਡੇ ਕੋਲੇ ਹੈ ਨਹੀਂ। ਇਹ ਉੱਥੋਂ ਆਇਆ ਤੇ ਮਿੰਟੋ ਮਿੰਟ ਹੀ ਜਿੱਤ ਗਿਆ, ਹੰਸਰਾਜ ਹੰਸ। ਸੋ ਇਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ, ਬਹੁਤ ਸਾਰੀਆਂ ਗੱਲਾਂ ਨੇ ਕਿ ਚੋਣ ਸਿਸਟਮ ਜਿਹੜਾ ਹੈ ਉਹਦੇ ਵਿੱਚ ਵੀ ਗੜਬੜਾਂ ਨੇ। ਕੋਈ ਵੀ ਇਹੋ ਜਿਹਾ ਮਲਟੀਨੈਸ਼ਨਲ ਕੰਪਨੀ ਦਾ ਜੇ ਏਜੰਡਾ ਬਣ ਜਾਵੇ ਕਿ ਜਿਹੜੀਆਂ 500-600 ਸੀਟਾਂ ਨੇ ਭਾਰਤ ਦੀਆਂ, ਉਹਨਾਂ ਵਿੱਚੋਂ 400 ਸੀਟਾਂ ਉੱਤੇ ਮੈਂ ਇੰਨੇ ਕਰੋੜ ਰੁਪਈਆ ਖਰਚਣਾ, ਡਾਲਰ ਅਗਲਾ ਕੋਲੇ ਵਾਧੂ ਆ, ਉਹ ਆਪਦੇ ਮਤਲਬ ਦੇ ਐਮਪੀ ਜਿਤਾ ਕੇ ਉੱਥੇ ਉਹਨਾਂ ਸਾਰਾਂ ਦੇ ਰਾਹੀਂ 400 ਦਾ ਬਹੁ ਸੰਮਤੀ ਵਾਲੀ ਇੱਕ ਇਹੋ ਜਿਹੀ ਕੇਂਦਰ 'ਚ ਸਰਕਾਰ ਬਣਾ ਸਕਦਾ ਹੈ, ਜਿਹੜੀ ਸਰਕਾਰ ਜਿਹੜੀ ਆ ਉਹ ਭਾਰਤ ਦੇ ਹਿੱਤਾਂ ਲਈ ਨਹੀਂ, ਉਹ ਉਸ ਮਲਟੀਨੈਸ਼ਨਲ ਕੰਪਨੀ ਦੇ ਹਿੱਤਾਂ ਲਈ ਕੰਮ ਕਰੂਗੀ। ਜਿਸ ਮੁਲਕ ਦੇ ਵਿੱਚ ਹਰਸ਼ਦ ਮਹਿਤੇ ਵਰਗਿਆਂ ਦੇ ਘੁਟਾਲੇ ਨੰਗੇ ਹੋਏ, ਜਿਸ ਮੁਲਕ ਦੇ ਵਿੱਚ ਪਾਰਲੀਮੈਂਟ ਨਾਲ ਜੁੜੀਆਂ ਹੋਈਆਂ ਬਹੁਤ ਜ਼ਿਆਦਾ ਇਹੋ ਜਿਹੀਆਂ ਦਾਸਤਾਨਾਂ ਲੋਕਾਂ ਦੇ ਸਾਹਮਣੇ ਆ, ਰਾਜ ਸਭਾ ਕਿਵੇਂ ਬਣਦੀ ਆ, ਰਾਜ ਸਭਾ ਦੇ ਮੈਂਬਰ ਕਿਵੇਂ ਬਣਦੇ ਆ, ਜਾਂ ਲੋਕ ਸਭਾ ਦੇ ਮੈਂਬਰ ਕਿਵੇਂ ਬਣਦੇ ਆ, ਇਹ ਗੱਲਾਂ ਹੁਣ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਰਹੀਆਂ। ਇਹੋ ਜਿਹੇ ਮੁਲਕ ਵਿੱਚ ਮੋਦੀ ਹੁਣਾਂ ਵਾਲੀ ਸਰਕਾਰ ਆ ਜਿਹੜੀ, ਇਹ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਬਣਵਾਈ ਆ, ਉਹਨਾਂ ਨੇ ਇਹ ਸਰਕਾਰ ਇਸ ਗੱਲ ਲਈ ਬਿਲਕੁਲ ਨਹੀਂ ਬਣਾਈ ਕਿ ਤੁਸੀਂ ਜਦੋਂ ਕਾਲੇ ਕਾਨੂੰਨਾਂ ਦਾ ਵਿਰੋਧ ਹੋਵੇ ਤਾਂ ਫਿਰ ਦੜ ਜੀ ਵੱਟ ਜਿਓ। ਉਲਟਾ ਉਹਨਾਂ ਨੇ ਇਸ ਲਈ ਬਣਾਈ ਆ ਕਿ ਉਹਨਾਂ ਕਾਲੇ ਕਾਨੂੰਨਾਂ ਨੂੰ ਹਰ ਕੀਮਤ ਉੱਤੇ ਲਾਗੂ ਰੱਖਣਾ। ਸੋ ਪਿਛਲੇ 5-6 ਦਿਨਾਂ ਤੋਂ ਕਈ ਲੋਕਾਂ ਨੂੰ ਬੜੀ ਆਸ ਜੀ ਵੱਝ ਜਾਂਦੀ ਰਹੀ ਆ ਕਿ ਖਨੀ ਇਹ ਕਾਨੂੰਨ ਰੱਦ ਹੋ ਜਾਣਗੇ, ਪਰ ਹਕੀਕਤ ਨੂੰ ਪਛਾਣੀਏ, ਇਹੋ ਜਿਹੀ ਕੋਈ ਸੰਭਾਵਨਾ ਨਾ ਕੱਲ ਸੀ, ਨਾ ਅੱਜ ਹੈ, ਨਾ ਗਾਂ ਕੋਈ ਦਿਖਦੀ ਹੈ। ਹਕੀਕਤ ਇਹੀ ਹੈ ਕਿ ਲੋਕਾਂ ਦੇ ਉੱਤੇ ਜ਼ੁਲਮ ਹੋਏਗਾ, ਜ਼ਬਰ ਹੋਏਗਾ, ਤੇ ਸਾਰੇ ਭਾਰਤ ਦੇ ਉਹ ਲੋਕ ਜਿਹੜੇ ਹੁਣ ਤੱਕ ਤਾਂ, ਕਿਉਂਕਿ ਹਜੇ ਤੱਕ ਪੋਲਾ ਕੰਮ ਚੱਲਦਾ ਸੀ, ਅਜੇ ਤੱਕ
ਇਸ ਅੰਦੋਲਨ ਦੇ ਵਿੱਚ ਜਿਹੜਾ ਵੀ ਬੰਦਾ ਚਾਹੇ ਆਪਦਾ ਯੋਗਦਾਨ ਪਾਉਣ ਲਈ ਤਿਆਰ ਸੀ ਤੇ ਪਾਉਣਾ ਵੀ ਚਾਹੀਦਾ ਸੀ। ਪਰ ਹੁਣ ਜਦੋਂ ਤੱਤਾ ਹੋਣਾ ਕੰਮ, ਜਦੋਂ ਸਟੇਟ ਸਿਸਟਮ ਨੇ ਗਰਮੀ ਦਿਖਾਉਣੀ ਆ ਤੇ ਜਿਹੜੇ ਲੋਕ ਅੱਜ ਤੱਕ ਅਰਦਾਸਾਂ ਕਰਦੇ ਆ, ਕਈ ਸਿਸਟਮ ਦੇ ਇਹੋ ਜਿਹੇ ਪੁਰਜੇ ਵੀ ਹੁੰਦੇ ਆ ਜਿਹੜੇ ਸਿਸਟਮ ਦਾ ਹਿੱਸਾ ਹੋਣ ਦੇ ਬਾਵਜੂਦ ਇੰਨੇ ਜ਼ਾਲਮ ਤੇ ਬੁੱਚੜ ਨਹੀਂ ਹੁੰਦੇ। ਬਹੁਤੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਰਿਵਾਰਾਂ ਦੇ ਬੱਚੇ ਬੱਚੀਆਂ ਉਹ ਇਸ ਸਿਸਟਮ ਦੇ ਹਿੱਸਾ ਨੇ, ਕੋਈ ਫੌਜ ਚਾ, ਕੋਈ ਪੁਲਿਸ ਚਾ, ਕੋਈ IAS ਅਫਸਰ ਆ, ਕੋਈ IPS ਅਫਸਰ ਆ। ਉਹ ਸਾਰੀ ਜਿਹੜੀ ਬਿਊਰੋਕ੍ਰੇਸੀ ਦੇ ਵਿੱਚ ਨੇ, ਉਹਨਾਂ ਸਾਰਿਆਂ ਲਈ ਹੁਣ ਵਿਪਤਾ ਦਾ ਟਾਈਮ ਵੀ ਸ਼ੁਰੂ ਹੋਣ ਲੱਗਿਆ, ਕਿਉਂਕਿ ਉਹਨਾਂ ਤੋਂ ਉਹ ਕੰਮ ਸਿਸਟਮ ਨੇ ਲੈਣਾ ਜਿਹੜਾ ਉਹਨਾਂ ਦੀ ਆਤਮਾ ਦੇ ਉਲਟ ਹੋਵੇ। ਜੇਕਰ ਤਾਂ ਇਸ ਮੁਲਕ ਦੇ ਉਹਨਾਂ ਸਾਰੇ ਅਧਿਕਾਰੀਆਂ ਦੇ ਮਨਾਂ ਦੇ ਵਿੱਚ ਆਪਦੀ ਕੌਮ, ਆਪਦੀ ਧਰਤੀ, ਆਪਦੇ ਮੁਲਕ ਪ੍ਰਤੀ ਵਫਾਦਾਰੀ ਹੋਏਗੀ ਤਾਂ ਹੋ ਸਕਦਾ ਕਿ ਉਹ ਠੋਕ ਵਜਾ ਕੇ ਕਹਿ ਦੇਣ, ਹੈ ਤਾਂ ਨਾਮੁਮਕਿਨ ਜੀ ਗੱਲ ਹੈ, ਉਹਨਾਂ ਤੋਂ ਕਿੱਥੋਂ ਆਸ ਆ, ਪਰ ਹੋ ਸਕਦਾ ਕੋਈ ਭਾਣਾ ਵਾਪਰ ਜਾਵੇ ਤੇ ਉਹ ਕਹਿ ਦੇਣ ਕਿ ਅਸੀਂ ਇਹ ਕੰਮ ਨਹੀਂ ਕਰਨਾ। ਪਰ ਜੇਕਰ ਹੁਣ ਤੱਕ ਦਾ ਰਿਕਾਰਡ ਦੇਖੀਏ, ਇੱਥੇ ਤਾਂ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਜਿਹੜਾ ਸੀ ਉਹ ਵੈਦਿਆ ਹੁਣਾਂ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕਰਨ ਆ ਗਿਆ ਸੀ। ਮੈਂ ਕਈ ਵਾਰ ਸੋਚਦਾ ਹੁੰਨਾ ਕਿ ਉਹ ਸਿੱਖ ਫੌਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲੇ ਮੌਕੇ ਇੱਥੇ ਵੜ ਕੇ ਅੰਦਰ ਫਾਇਰਿੰਗ ਕੀਤੀ, ਗੋਲੀਆਂ ਚਲਾਈਆਂ, ਹਿੱਸਾ ਲਿਆ ਆਪਰੇਸ਼ਨ ਦੇ ਵਿੱਚ, ਉਹਨਾਂ ਵਿੱਚੋਂ ਕੋਈ ਫੌਜੀ ਟੈਲੀਵਿਜ਼ਨ ਚੈਨਲ ਤੇ ਬਿਠਾ ਦਈਏ ਤੇ ਡਿਬੇਟ ਕਰਾਈਏ ਉਸ ਧਰਮੀ ਫੌਜੀ ਨਾਲ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਸੁਣ ਕੇ ਉੱਥੋਂ ਆਪਦੀ ਜਿਹੜੀ ਬੈਰਕ ਸੀਗੀ ਉਹ ਛੱਡ ਕੇ ਉੱਥੋਂ ਬਗਾਵਤ ਕਰਕੇ ਭੌੜਾ ਹੋਇਆ ਹੋਵੇ, ਦੋਨਾਂ ਨੂੰ ਬਿਠਾਇਆ ਜਾਵੇ ਤੇ ਦੋਨਾਂ ਦੇ ਹਾਵ ਭਾਵ ਕਿਹੋ ਜਿਹੇ ਹੋਣਗੇ। ਉਸ ਧਰਮੀ ਫੌਜੀ ਜਿਨੇ ਇਹ ਸੁਣ ਕੇ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਅਕਾਲ ਤਖਤ ਢਹਿ ਢੇਰੀ ਕਰ ਦਿੱਤਾ, ਜਿਨੇ ਆਪਦੀ ਨੌਕਰੀ ਅਤੇ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ, ਇੱਕ ਉਹਦਾ ਨਜ਼ਰੀਆ ਹੋਏਗਾ, ਦੂਜਾ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਦਾ ਨਜ਼ਰੀਆ ਹੋਏਗਾ। ਪਰ ਲੋਕਾਂ ਦੇ ਸਾਹਮਣੇ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਦੀ ਬਿਲਕੁਲ ਹੇਠੀ ਹੋਏਗੀ। ਐਵੇਂ ਹੀ ਇਸ ਵੇਲੇ ਕਿਸਾਨਾਂ ਦੇ ਉੱਤੇ ਜ਼ੁਲਮ ਕਰਾਉਣ ਵਾਲੀ ਜਿਹੜੀ ਫੋਰਸ ਹੈ ਉਹਦਾ ਹਿੱਸਾ ਬਣਨ ਵਾਲਿਆਂ ਦੀ ਹੇਠੀ ਹੋਵੇਗੀ। ਪਰ ਹੁੰਦਾ ਇਹੀ ਆ ਕਿ ਬਾਅਦ ਵਿੱਚ ਲੋਕ ਬੜਾ ਕੁਝ ਲਿਖਦੇ ਆ ਕਿ ਮੈਂ ਉਦੋਂ ਆਹ ਨਹੀਂ ਸੀ ਕਰਨਾ, ਮੈਂ ਉਹ ਕਰਤਾ ਤੇ ਕਰ ਬਹਿੰਦੇ ਆ। ਕੱਲ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਪੁਲਿਸੀਆਂ ਨੇ ਬੇਦੋਸ਼ੇ ਲੋਕਾਂ ਉੱਤੇ, ਹੱਕ ਮੰਗਦੇ ਲੋਕਾਂ ਉੱਤੇ ਲਾਠੀ ਚਾਰਜ ਕੀਤਾ, ਅੱਜ ਤੋਏ ਤੋਏ ਹੋ ਰਹੀ ਆ। ਪਰ ਉਹਨਾਂ ਦੇ ਘਰਾਂ 'ਚ ਉਹਨਾਂ ਦੀਆਂ ਜਨਾਨੀਆਂ ਨੇ, ਉਹਨਾਂ ਦੇ ਨਿਆਣਿਆਂ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਚੂੰ ਤੱਕ ਨਹੀਂ ਕਹੀ ਹੋਣੀ, ਕਿਆ ਹੋਣਾ, ਇਹਨਾਂ ਦਾ ਕੰਮ ਹੀ ਇਹੀ ਆ। ਜਿਹੜੀ ਸਟੇਟ ਆਪਦੇ ਹੀ ਮੁਲਕ ਦੇ ਲੋਕਾਂ ਦਾ, ਆਪਦੇ ਹੀ ਮੁਲਕ ਦੇ ਲੋਕਾਂ ਨੂੰ ਖਾਕੀ ਵਰਦੀ ਪਾ ਕੇ ਕੁੱਟਣ ਦਾ ਲਾਇਸੈਂਸ ਦੇਵੇ, ਜ਼ੁਲਮ ਕਰਨ ਦਾ ਲਾਇਸੈਂਸ ਦੇਵੇ, ਉਹ ਸਟੇਟ ਜਿਹੜੀ ਆ ਸਾਡੀ ਆ, ਇੰਡੀਆ ਦੀ ਸਟੇਟ। ਇਸ ਸਿਸਟਮ ਦੇ ਖਿਲਾਫ ਲੜਨਾ ਬੜਾ ਜਿਗਰੇ ਵਾਲਾ ਕੰਮ ਆ। ਪੰਜਾਬ ਦੀ ਧਰਤੀ ਬਾਗੀ ਨਾਬਰ ਧਰਤੀ ਆ, ਇੱਥੋਂ ਅਣਖ ਤੇ ਗੈਰਤ ਵਾਲੇ ਲੋਕ ਜੰਮਦੇ ਆ, ਇੱਥੋਂ ਦੁੱਲੇ ਭੱਟੀ ਵਰਗੇ ਲੋਕ ਜੰਮਦੇ ਆ, ਇੱਥੋਂ ਇਸ ਧਰਤੀ ਲਈ ਲੜਨ ਮਰਨ ਵਾਲੇ ਸੂਰਮੇ ਜਿਹੜੇ ਆ ਉਹ ਸ਼ੁਰੂ ਤੋਂ ਜੰਮਦੇ ਰਹੇ ਆ। ਸਾਡੀ ਧਰਤੀ ਦਾ ਇਤਿਹਾਸ ਜਿਹੜਾ ਹੈ ਉਹ ਯੋਧਿਆਂ ਦਾ ਇਤਿਹਾਸ ਆ। ਸੋ ਪੰਜਾਬ ਦੀ ਧਰਤੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਾਪਦਾ ਹੈ ਕਿ ਇੱਕ ਵਾਰੀ ਫੇਰ ਖੂਨ ਖਰਾਬਾ ਦੇਖੂਗੀ। ਮੋਦੀ ਅਤੇ ਅਮਿਤ ਸ਼ਾਹ ਬਾਰੇ ਸਾਡੇ ਜਿਹੜੇ ਅਕਾਲੀ ਲੀਡਰ ਨੇ ਬਿਨਾਂ ਸ਼ਰਤ ਸਮਰਥਨ ਭਾਜਪਾ ਨੂੰ ਦਿੰਦੇ ਅੱਜ ਉਹਨਾਂ ਨੂੰ ਇੰਨਾ ਮਜ਼ਬੂਤ ਕਰ ਗਏ ਨੇ ਕਿ ਅੱਜ ਉਹ ਪੂਰੇ ਇਸ ਖਿੱਤੇ ਦੇ ਵਿੱਚ ਖੂਨ ਖਰਾਬੇ ਵਾਲੀ ਇੱਕ ਧਿਰ ਦੇ ਰੂਪ 'ਚ ਸਾਡੇ ਸਾਹਮਣੇ ਸਥਿਤੀ ਦੇ ਵਿੱਚ ਆਏ ਖੜੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਸਰੋਤਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਦਾ ਤੇ ਆਪਦੇ ਭਾਈਚਾਰੇ ਦਾ, ਆਪਦੀ ਕੌਮ ਦਾ, ਆਪਦੀ ਧਰਤੀ ਦਾ ਪਿਆਰ ਕਰਨਾ, ਇਹਦੇ ਨਾਲ ਵਫਾ ਨਿਭਾਉਣੀ, ਇਹ ਸਾਡਾ ਫਰਜ਼ ਹੈ। ਜ਼ੁਲਮ ਜਿਹੜਾ ਹੈ ਉਹ ਸਦੀਆਂ ਤੋਂ ਹੁੰਦਾ ਆਇਆ, ਪਰ ਕਦੇ ਕਿਸੇ ਜ਼ਾਲਮ ਨੂੰ, ਕਿਸੇ ਜਾਬਰ ਨੂੰ ਉਹ ਮਾਣ ਸਨਮਾਨ ਕਦੇ ਨਹੀਂ ਮਿਲਿਆ ਜਿਹੜਾ ਉਸ ਜ਼ੁਲਮ ਦਾ ਸਾਹਮਣਾ ਕਰਨ ਵਾਲਿਆਂ ਨੂੰ ਮਿਲਦਾ। ਸੋ ਅਣਖ ਤੇ ਗੈਰਤ ਨਾਲ ਉਸ ਦੁਸ਼ਟ, ਉਸ ਪਾਪ ਦਾ, ਉਸ ਗਲਤ ਚੀਜ਼ ਦਾ ਡਟ ਕੇ ਮੁਕਾਬਲਾ ਜਿਹੜਾ ਹੈਗਾ ਕਰਨਾ। ਬਾਬਰ ਨੂੰ ਜਾਬਰ ਕਹਿਣ ਦੀ ਰੀਤ ਆ ਉਹ ਵੀ ਰੱਖਣੀ ਆ। ਇਹ ਵੀ ਚੇਤੇ ਰੱਖਣਾ ਕਿ ਸਾਨੂੰ ਕੱਲਾ ਸ਼ਾਂਤਮਈ ਦਾ ਪਾਠ ਨਹੀਂ ਪੜਾਇਆ, ਸਾਨੂੰ ਇਹ ਵੀ ਪਾਠ ਪੜਾਇਆ ਕਿ ਗੱਲ ਸਾਰਿਆਂ ਹੀਲਿਆਂ ਤੋਂ ਜਦੋਂ ਲੰਘ ਜਾਵੇ, ਜੈਜ ਤਦੋਂ ਹੱਥ ਹੈ ਤਲਵਾਰ ਫੜਨੀ। ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ ਇਹ ਵਾਹਿਗੁਰੂ ਜਾਣਦਾ। ਅੱਜ ਇੱਥੇ ਸਮਾਪਤੀ ਕਰਦੇ ਆਂ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।